ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ। ਤਨਖਾਹ ਹੈ ਸਿਰਫ 6000। ਪਿਛਲੇ 8-10 ਸਾਲਾਂ ਤੋਂ ਸਾਡੀ ਤਨਖਾਹ ਬਿਲਕੁਲ ਨਹੀਂ ਵਧਾਈ ਗਈ ਜੀ। ਇਸ ਵਾਰ 6600 ਦਾ ਵਾਧੇ ਦੀ ਪ੍ਰਵਾਨਗੀ ਹੋਈ ਸੀ ਵੀ ਤੁਹਾਡੀ ਜਿਹੜੀ 27/1795 ਫਾਈਲ ਨੰਬਰ ਹੈ ਫਾਈਨਾਂਸ ਵਿਭਾਗ ਕੋਲ ਗਈ ਹੋਈ ਹੈ ਤੇ ਉਸ ਤੇ ਕੁਝ ਨਹੀਂ ਕੀਤਾ ਗਿਆ ਜੀ। ਕਿਉਂ ਨਹੀਂ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਅਸੀਂ 208 ਦਿਨ ਉੱਥੇ ਧਰਨਾ ਲਾਇਆ। 85 ਦਿਨ ਸਾਡੇ ਮੁੰਡੇ ਨੇ ਜਿਹੜੇ 7ਵੀਂ ਮੰਜ਼ਿਲ ਤੇ ਚੜੇ ਰਹੇ। ਮੈਨੂੰ ਪਤਾ ਇੰਨੀ ਠੰਡ ਦੇ ਵਿੱਚ ਇੰਨੇ ਜ਼ਿਆਦਾ ਸਰਕਾਰ ਨੇ ਸਾਡੇ ਤੇ ਤਸੱਦਦ ਕੀਤੇ ਨੇ। ਹੁਣ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਨੇ ਤਸੱਦਦ ਕੀਤੇ ਨੇ, ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਨੇ ਤਸੱਦਦ ਕੀਤੇ। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ। 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ IAS ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, B.Ed ਦਾ, ਤੇ IAS ਪੱਧਰ ਦਾ ਐਗਜ਼ਾਮ ਪਾਸ ਕਰਕੇ 2 ਵਾਰ ਕਰ ਚੁੱਕੇ ਨੇ। ਤੇ ਅਸੀਂ ਉੱਥੇ ਗਏ ਸੀਗੇ ਇੱਕ ਪਿੰਡ ਦੇ ਵਿੱਚ, ਮੈਂ ਤੇ ਕੇਜਰੀਵਾਲ ਸਾਹਿਬ, ਖਾਨਪੁਰ, ਤੇ ਸਕੂਲ ਦੇ ਬਾਹਰ ਆ ਗਏ ਸੀ ਸਟਾਫ। ਉਹਨਾਂ ਨੇ ਵੀ ਇਹੀ ਗੱਲ ਕਹੀ 6000 ਰੁਪਇਆ ਔਰ 2003 ਤੋਂ ਕੰਮ ਕਰ ਰਹੇ 18 ਸਾਲ ਹੋ ਗਏ। ਠੀਕ ਹੈ, ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀਗੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀ ਉਹਨਾਂ ਦੀ ਤਨਖਾਹ ਇੰਨੀ ਕੀ ਸੀ। ਸ਼ੀਲਾ ਦੀਕਸ਼ਤ ਗਵਰਨਮੈਂਟ, ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ 1900 ਦੀ ਜੀ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਣਾ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, BLO ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਤੇ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰਨਗੇ। ਸੋ ਇਹ ਨਹੀਂ ਹੋਊਗਾ। ਮਾਨ ਸਨਮਾਨ ਇਸ ਪੱਧਰ ਦਾ ਹੋਊਗਾ। ਦਿੱਲੀ ਦੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਤਾਂ ਚਲੋ ਹੈ ਨਹੀਂ ਹੈਗਾ ਸਾਰਾ ਵਧੀਆ ਕੀਤਾ। ਦਿੱਲੀ ਦੇ ਸਕੂਲਾਂ ਦੇ ਸਰਕਾਰੀ ਟੀਚਰਾਂ ਦਾ ਵਫਦ 20-25 ਦਾ ਗਵਰਨਮੈਂਟ ਆਪਣੇ ਖਰਚੇ ਤੇ ਹੇਵਰਡ ਯੂਨੀਵਰਸਿਟੀ ਵਾਸ਼ਿੰਗਟਨ DC, ਆਕਸਫੋਰਡ ਯੂਨੀਵਰਸਿਟੀ ਲੰਡਨ, ਨਿਊਜ਼ੀਲੈਂਡ ਤੇ ਸਿੰਗਾਪੁਰ ਉੱਥੇ ਲਿਜਾ ਕੇ ਉਹਨਾਂ ਦੇ ਵੀ ਲੇਟੈਸਟ ਪੜ੍ਹਾਈ ਦੇ ਤਰੀਕਿਆਂ ਦੀ ਟ੍ਰੇਨਿੰਗ ਕਰਾਉਂਦੇ। ਉਹ ਆ ਕੇ ਇੱਥੇ ਆਪਣੇ ਕੋਲੀਗਸ ਨੂੰ ਦੱਸਦੇ ਨੇ ਵੀ ਆ ਹੈ। ਇਸੇ ਕਰਕੇ 99.7% ਰਿਜ਼ਲਟ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਆ ਗਿਆ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਤੋਂ ਵੱਧ ਆ ਜਾਣਗੇ। ਦਿੱਲੀ ਦੇ ਪ੍ਰਾਈਵੇਟ ਸਕੂਲ ਤਾਂ ਬਹੁਤ ਵੱਡੇ ਕਿਉਂਕਿ ਟੀਚਰਾਂ 'ਚ ਕੌਨਫੀਡੈਂਸ ਆ ਕਿ ਸਾਨੂੰ ਯਾਰ ਹਾਂ ਯਾਰ ਅਸੀਂ ਹੈਗੇ ਹਿੱਸਾ, ਅਸੀਂ ਲਿਆਉਣਾ ਹੈ ਰਿਜ਼ਲਟ। ਇੱਥੇ ਤੁਹਾਨੂੰ ਮੈਨੂੰ ਪਤਾ ਹੈ ਜੋ ਨੈਸ਼ਨਲ ਸਰਵੇ ਹੋਇਆ ਸਿੱਧਾ ਹੀ ਕਹਿਤਾ ਵੀ ਕੋਈ ਬੱਚਾ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। 100% ਇੰਨੇ ਨੰਬਰ 1 ਆ ਗਏ ਜੀ, ਨੰਬਰ 1 ਆ ਗਏ। ਇਹ ਕੋਈ ਨੰਬਰ 1 ਹੈ ਯਾਰ, ਸਾਨੂੰ ਸਾਰਾ ਪਤਾ ਹੈ। ਇੱਕ ਰੈਗੂਲਰ ਟੀਚਰ ਹੈ ਉਹਨੂੰ 80000 ਰੁਪਇਆ ਸੈਲਰੀ ਮਿਲ ਰਹੀ ਹੈ। ਕੰਮ ਡਿਊਟੀ ਉਹ ਵੀ ਉਨੀ ਉਹ ਕਰਦੇ, ਕੰਮ ਅਸੀਂ ਵੀ ਉਨੀ ਕਰਦੇ ਆ। ਸਾਤੋਂ ਕੰਮ ਵੱਧ ਲਿਆ ਜਾਂਦਾ ਹੈ ਕਿਉਂਕਿ ਅਸੀਂ ਰੈਗੂਲਰ ਨਹੀਂ। ਸਾਨੂੰ ਕੋਈ ਨਹੀਂ, ਮੈਂ ਪਤਾ ਕੀ ਹੈ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹੁੰਨਾ, ਮੈਂ ਹਮੇਸ਼ਾ ਆਪਣੀ PC 'ਚ ਵੀ ਕਹੀ ਹੈ ਕਿ ਸਕੂਲ ਹੈਗੇ ਨੇ ਖਾਲੀ ਟੀਚਰਾਂ ਵੱਲੋਂ। ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਵਾਲੀ ਉਹ ਤਾਂ ਭਰੀ ਪਈ ਹੈ ਟੀਚਰਾਂ। ਤੁਸੀਂ ਯਾਰ ਉਹਨੂੰ ਥੱਲੇ ਲਾ ਕੇ ਉਹਨੂੰ ਕਲਾਸਰੂਮ 'ਚ ਕਿਉਂ ਨਹੀਂ ਭੇਜਦੇ? ਕहीं ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਕੀਤਾ ਕਿਹਨੇ ਫਿਰ? ਨਾ ਤਾਂ ਪਿਛਲੇ 20 ਸਾਲ ਤੋਂ ਕੋਈ ਸਕੂਲ ਬਣਾਇਆ ਨਹੀਂ, ਨਾ ਹਸਪਤਾਲ ਬਣਾਇਆ, ਨਾ ਕੋਈ ਨੌਕਰੀ ਦਿੱਤੀ ਹੈ ਤੁਹਾਨੂੰ। ਠੀਕ ਹੈ ਨਾ, ਤੇ ਨਾ ਕੋਈ ਮਤਲਬ ਸੜਕ ਬਣਾਈ ਹੈ ਜਿਹੜੀ ਟੋਲ ਪਲਾਜ਼ੇ ਤੋਂ ਬਿਨਾਂ ਹੋਵੇ। ਖਜ਼ਾਨਾ ਕਿੱਧਰ ਗਿਆ ਫਿਰ? ਬਲਕਿ ਇਸ ਤਾਂ ਠੇਕਾ ਪ੍ਰਣਾਲੀ ਖਤਮ ਹੀ ਕਰਨਾ ਚਾਹੁੰਦੇ ਆ ਜਿਹੜੀ ਆਊਟਸੋਰਸਿੰਗ ਵਗੈਰਾ ਵੀ ਅਸੀਂ ਚਲੋ ਕੋਈ ਨਹੀਂ ਆਪਾਂ ਤਾਂ ਯਾਰ ਰੋਲ ਖੋਲ ਕੇ ਕੱਢ ਲਈ, ਜਿਵੇਂ ਕੱਢ ਲਈ। ਜਵਾਕ ਪੜ੍ਹਾ ਲਈਏ, ਜਵਾਕ ਪੜ੍ਹਾ ਲਈ ਦਾ ਮਤਲਬ ਸਰਕਾਰੀ ਸਕੂਲ ਨਹੀਂ ਹੈਗਾ। ਜਵਾਕ ਪੜ੍ਹਾ ਲਈ ਦਾ ਮਤਲਬ ਕਿਤੇ ਬਾਹਰ। ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾ ਲਓ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਸਕੂਲ 'ਚ ਮਤਲਬ ਕਹਿੰਦਾ ਬਜ਼ੁਰਗ ਕਹਿੰਦਾ ਬਸ ਐਂ ਕਹਿ ਰੱਖਿਆ ਸਾਨੂੰ ਤਾਂ ਜਵਾਕਾਂ ਨੂੰ ਵੀ ਕਾਪੀ ਕਿਤਾਬ ਭਾਵੇਂ ਭੁੱਲੇ ਭਾਈ, ਕੌਲੀ ਤੇ ਚਮਚਾ ਨਾ ਭੁੱਲ ਕੇ ਆਏਗਾ। ਮਤਲਬ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣਾ ਕੇ ਰੱਖਦੀਆਂ ਹੈ ਜੀ। ਦੱਸੋ ਕੀ ਕਰੋਗੇ? ਸਰ ਅਸੀਂ 85 ਦੇ ਉੱਪਰ ਲਾ ਕੇ ਆਏ ਕਿ ਸਾਡੇ ਤੋਂ ਸਾਨੂੰ ਦੇਣਾ ਤਾਂ ਕਿਸੇ ਦਾ ਮਤਲਬ 2-2000 ਰੁਪਇਆ ਲਿਆ ਗਿਆ ਫੀਸ ਵਾਲੇ ਦਾ ਕਿਹੜੇ ਪਤਾ ਨਹੀਂ। 2000 ਦੀ ਦੁੱਖ ਲੱਗੀ ਸਾਡੀ ਸਰ ਉਸ ਕਰੀ ਦੇਖੋ ਸਰ ਗੱਲ ਇਹ ਹੈ, ਪਹਿਲਾਂ ਤਾਂ ਸਾਨੂੰ ਅਕਾਲੀ ਗਵਰਨਮੈਂਟ ਨੇ ETT ਕਰਵਾਈ ਵੀ ਤੁਸੀਂ ETT ਕਰੋ ਕਿਉਂਕਿ ਆਲਰੇਡੀ B.Ed ਤੇ ਕੁਛ ਕਹਿੰਦੇ ETT ਕਰੋ। ਸਾਰਿਆਂ ਨੂੰ ETT ਕਰਵਾਤੀ ਜੀ ਵੀ ETT ਟੀਚਰ। ਹੁਣ ਕਾਂਗਰਸ ਗਵਰਨਮੈਂਟ ਨੇ ਸਾਨੂੰ NTT ਕਰਵਾਤੀ, ਸਾਨੂੰ NTT ਟੀਚਰ ਭਰਤੀ ਕਰਾਂਗੇ ਰੈਗੂਲਰ। ਕਰਿਆ ਕੁਛ ਨਹੀਂ ਜੀ, ਡਿਗਰੀਆਂ ਤੇ ਡਿਗਰੀਆਂ ਦਵਾਈ ਜਾਂਦੇ ਨੇ ਵੀ ਆਹ ਵੀ ਕਰ ਲਓ, ਆਹ ਵੀ ਨਾਲੇ ਕਰਵਾਉਂਦੀ ਗਵਰਨਮੈਂਟ ਹੈ, ਪੱਕੇ ਕਰਨ ਵਾਲੀ ਕੁਛ ਨਹੀਂ ਜੀ। ਮਾਰਚ 10 ਤੋਂ ਬਾਅਦ ਤੁਸੀਂ ਤੁਹਾਡੀ ਸ਼ਿਕਾਇਤ ਨਹੀਂ ਹੋਈ। ਜਿਹੜੀਆਂ ਸਾਡੀਆਂ ਮੰਗਾਂ ਨੇ ਕਿਰਪਾ ਕਰਕੇ ਇਹਨੂੰ ਮੈਨੀਫੈਸਟੋ 'ਚ ਪਾਵਾਂਗੇ। ਐਜੂਕੇਸ਼ਨ ਸਾਡਾ ਪ੍ਰਾਇੋਰਟੀ ਹੈ ਔਰ ਤੁਸੀਂ ਐਜੂਕੇਸ਼ਨ ਠੀਕ ਕਰ ਰਹੇ ਹੋ। ਭਗਵੰਤ ਮਾਨ ਨਹੀਂ ਐਜੂਕੇਸ਼ਨ ਠੀਕ ਕਰ ਸਕਦਾ, ਤੁਸੀਂ ਕਰੋ। ਦੇਖੋ ਸਰ ਅਸੀਂ ਉਹ ਦੇ ਦਾਂਗੇ ਜੋ ਵੀ ਮੈਨੀਫੈਸਟੋ ਬਣ ਰਿਹਾ ਉਹਨੂੰ ਸਾਨੂੰ ਉਸ ਮੈਨੀਫੈਸਟੋ ਦੇ ਵਿੱਚ ਸਾਡੀ ਮੈਂ ਕਰੂੰਗਾ। ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ। ਤਨਖਾਹ ਹੈ ਸਿਰਫ 6000।
ਪਿਛਲੇ 8-10 ਸਾਲਾਂ ਤੋਂ ਸਾਡੀ ਤਨਖਾਹ ਬਿਲਕੁਲ ਨਹੀਂ ਵਧਾਈ ਗਈ ਜੀ। ਇਸ ਵਾਰ 6600 ਦਾ ਵਾਧੇ ਦੀ ਪ੍ਰਵਾਨਗੀ ਹੋਈ ਸੀ ਵੀ ਤੁਹਾਡੀ ਜਿਹੜੀ 27/1795 ਫਾਈਲ ਨੰਬਰ ਹੈ ਫਾਈਨਾਂਸ ਵਿਭਾਗ ਕੋਲ ਗਈ ਹੋਈ ਹੈ ਤੇ ਉਸ ਤੇ ਕੁਝ ਨਹੀਂ ਕੀਤਾ ਗਿਆ ਜੀ। ਕਿਉਂ ਨਹੀਂ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਅਸੀਂ 208 ਦਿਨ ਉੱਥੇ ਧਰਨਾ ਲਾਇਆ। 85 ਦਿਨ ਸਾਡੇ ਮੁੰਡੇ ਨੇ ਜਿਹੜੇ 7ਵੀਂ ਮੰਜ਼ਿਲ ਤੇ ਚੜੇ ਰਹੇ। ਮੈਨੂੰ ਪਤਾ ਇੰਨੀ ਠੰਡ ਦੇ ਵਿੱਚ ਇੰਨੇ ਜ਼ਿਆਦਾ ਸਰਕਾਰ ਨੇ ਸਾਡੇ ਤੇ ਤਸੱਦਦ ਕੀਤੇ ਨੇ। ਹੁਣ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਨੇ ਤਸੱਦਦ ਕੀਤੇ ਨੇ, ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਨੇ ਤਸੱਦਦ ਕੀਤੇ। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ। 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ IAS ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, B.Ed ਦਾ, ਤੇ IAS ਪੱਧਰ ਦਾ ਐਗਜ਼ਾਮ ਪਾਸ ਕਰਕੇ 2 ਵਾਰ ਕਰ ਚੁੱਕੇ ਨੇ। ਤੇ ਅਸੀਂ ਉੱਥੇ ਗਏ ਸੀਗੇ ਇੱਕ ਪਿੰਡ ਦੇ ਵਿੱਚ, ਮੈਂ ਤੇ ਕੇਜਰੀਵਾਲ ਸਾਹਿਬ, ਖਾਨਪੁਰ, ਤੇ ਸਕੂਲ ਦੇ ਬਾਹਰ ਆ ਗਏ ਸੀ ਸਟਾਫ। ਉਹਨਾਂ ਨੇ ਵੀ ਇਹੀ ਗੱਲ ਕਹੀ 6000 ਰੁਪਇਆ ਔਰ 2003 ਤੋਂ ਕੰਮ ਕਰ ਰਹੇ 18 ਸਾਲ ਹੋ ਗਏ। ਠੀਕ ਹੈ, ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀਗੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀ ਉਹਨਾਂ ਦੀ ਤਨਖਾਹ ਇੰਨੀ ਕੀ ਸੀ। ਸ਼ੀਲਾ ਦੀਕਸ਼ਤ ਗਵਰਨਮੈਂਟ, ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ 1900 ਦੀ ਜੀ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਣਾ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, BLO ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਤੇ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰਨਗੇ। ਸੋ ਇਹ ਨਹੀਂ ਹੋਊਗਾ। ਮਾਨ ਸਨਮਾਨ ਇਸ ਪੱਧਰ ਦਾ ਹੋਊਗਾ। ਦਿੱਲੀ ਦੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਤਾਂ ਚਲੋ ਹੈਗਾ ਹੀ ਹੈਗਾ, ਸਾਰਾ ਵਧੀਆ ਕੀਤਾ। ਦਿੱਲੀ ਦੇ ਸਕੂਲਾਂ ਦੇ ਸਰਕਾਰੀ ਟੀਚਰਾਂ ਦਾ ਵਫਦ 20-25 ਦਾ ਗਵਰਨਮੈਂਟ ਆਪਣੇ ਖਰਚੇ ਤੇ ਹੇਵਰਡ ਯੂਨੀਵਰਸਿਟੀ ਵਾਸ਼ਿੰਗਟਨ DC, ਆਕਸਫੋਰਡ ਯੂਨੀਵਰਸਿਟੀ ਲੰਡਨ, ਨਿਊਜ਼ੀਲੈਂਡ ਤੇ ਸਿੰਗਾਪੁਰ ਉੱਥੇ ਲਿਜਾ ਕੇ ਉਹਨਾਂ ਦੇ ਵੀ ਲੇਟੈਸਟ ਪੜ੍ਹਾਈ ਦੇ ਤਰੀਕਿਆਂ ਦੀ ਟ੍ਰੇਨਿੰਗ ਕਰਾਉਂਦੇ। ਉਹ ਆ ਕੇ ਇੱਥੇ ਆਪਣੇ ਕੋਲੀਗਸ ਨੂੰ ਦੱਸਦੇ ਨੇ ਵੀ ਆ ਹੈ। ਇਸੇ ਕਰਕੇ 99.7% ਰਿਜ਼ਲਟ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਆ ਗਿਆ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਤੋਂ ਵੱਧ ਆ ਜਾਣਗੇ। ਦਿੱਲੀ ਦੇ ਪ੍ਰਾਈਵੇਟ ਸਕੂਲ ਤਾਂ ਬਹੁਤ ਵੱਡੇ ਕਿਉਂਕਿ ਟੀਚਰਾਂ 'ਚ ਕੌਨਫੀਡੈਂਸ ਆ ਕਿ ਸਾਨੂੰ ਯਾਰ ਹਾਂ ਯਾਰ ਅਸੀਂ ਹੈਗੇ ਆ ਹਿੱਸਾ, ਅਸੀਂ ਲਿਆਉਣਾ ਹੈ ਰਿਜ਼ਲਟ। ਇੱਥੇ ਤੁਹਾਨੂੰ ਮੈਨੂੰ ਪਤਾ ਹੈ ਜੋ ਨੈਸ਼ਨਲ ਸਰਵੇ ਹੋਇਆ ਸਿੱਧਾ ਹੀ ਕਹਿਤਾ ਵੀ ਕੋਈ ਬੱਚਾ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। 100% ਇੰਨੇ ਨੰਬਰ 1 ਆ ਗਏ ਜੀ, ਨੰਬਰ 1 ਆ ਗਏ। ਇਹ ਕੋਈ ਨੰਬਰ 1 ਹੈ ਯਾਰ, ਸਾਨੂੰ ਸਾਰਾ ਪਤਾ ਹੈ। ਇੱਕ ਰੈਗੂਲਰ ਟੀਚਰ ਹੈ ਉਹਨੂੰ 80000 ਰੁਪਇਆ ਸੈਲਰੀ ਮਿਲ ਰਹੀ ਹੈ। ਕੰਮ ਡਿਊਟੀ ਉਹ ਵੀ ਉਨੀ ਉਹ ਕਰਦਾ ਹੈ, ਕੰਮ ਅਸੀਂ ਵੀ ਉਨੀ ਕਰਦੇ ਹਾਂ। ਸਾਤੋਂ ਕੰਮ ਵੱਧ ਲਿਆ ਜਾਂਦਾ ਹੈ ਕਿਉਂਕਿ ਅਸੀਂ ਰੈਗੂਲਰ ਨਹੀਂ। ਸਾਨੂੰ ਕੋਈ ਨਹੀਂ, ਮੈਂ ਪਤਾ ਕੀ ਹੈ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹੁਣ ਨਾ, ਮੈਂ ਹਮੇਸ਼ਾ ਆਪਣੇ PC 'ਚ ਵੀ ਕਹੀ ਹੈ ਕਿ ਸਕੂਲ ਹੈਗੇ ਨੇ ਖਾਲੀ ਟੀਚਰਾਂ ਵੱਲੋਂ। ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਵਾਲੀ, ਉਹ ਤਾਂ ਭਰੀ ਪਈ ਹੈ ਟੀਚਰਾਂ। ਤੁਸੀਂ ਯਾਰ ਉਹਨੂੰ ਥੱਲੇ ਲਾ ਕੇ ਉਹਨੂੰ ਕਲਾਸਰੂਮ 'ਚ ਕਿਉਂ ਨਹੀਂ ਭੇਜਦੇ? ਕहीं ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਕੀਤਾ ਕਿਹਨੇ ਫਿਰ? ਨਾ ਤਾਂ ਪਿਛਲੇ 20 ਸਾਲ ਤੋਂ ਕੋਈ ਸਕੂਲ ਬਣਾਇਆ ਨਹੀਂ, ਨਾ ਹਸਪਤਾਲ ਬਣਾਇਆ, ਨਾ ਕੋਈ ਨੌਕਰੀ ਦਿੱਤੀ ਹੈ ਤੁਹਾਨੂੰ, ਠੀਕ ਹੈ ਨਾ, ਤੇ ਨਾ ਕੋਈ ਮਤਲਬ ਸੜਕ ਬਣਾਈ ਹੈ ਜਿਹੜੀ ਟੋਲ ਪਲਾਜ਼ੇ ਤੋਂ ਬਿਨਾਂ ਹੋਵੇ। ਖਜ਼ਾਨਾ ਕਿੱਧਰ ਗਿਆ ਫਿਰ? ਬਲਕਿ ਇਸ ਤਾਂ ਠੇਕਾ ਪ੍ਰਣਾਲੀ ਖਤਮ ਹੀ ਕਰਨਾ ਚਾਹੁੰਦੇ ਆ ਜਿਹੜੀ ਆਊਟਸੋਰਸਿੰਗ ਵਗੈਰਾ ਵੀ ਅਸੀਂ ਚਲੋ ਕੋਈ ਨਹੀਂ ਆਪਾਂ ਤਾਂ ਯਾਰ ਰੋਲ ਖੋਲ ਕੇ ਕੱਢ ਲਈ, ਜਿਵੇਂ ਕੱਢ ਲਈ। ਜਵਾਕ ਪੜ੍ਹਾ ਲਈਏ, ਜਵਾਕ ਪੜ੍ਹਾ ਲਈ ਦਾ ਮਤਲਬ ਸਰਕਾਰੀ ਸਕੂਲ ਨਹੀਂ ਹੈਗਾ। ਜਵਾਕ ਪੜ੍ਹਾ ਲਈ ਦਾ ਮਤਲਬ ਕਿਤੇ ਬਾਹਰ। ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾ ਲਓ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਸਕੂਲ 'ਚ ਮਤਲਬ ਕਹਿੰਦਾ ਬਜ਼ੁਰਗ ਕਹਿੰਦਾ ਬਸ ਐਂ ਕਹਿ ਰੱਖਿਆ ਸਾਨੂੰ ਤਾਂ ਜਵਾਕਾਂ ਨੂੰ ਵੀ ਕਾਪੀ ਕਿਤਾਬ ਭਾਵੇਂ ਭੁੱਲੇ ਭਾਈ, ਕੌਲੀ ਦੇ ਚਮਚਾ ਨਾ ਭੁੱਲ ਕੇ ਆਏਗਾ। ਮਤਲਬ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣਾ ਕੇ ਰੱਖਦੇ ਹੈ ਜੀ। ਦੱਸੋ ਕੀ ਕਰੋਗੇ? ਸਰ ਅਸੀਂ 85 ਨੂੰ ਉੱਪਰ ਲਾ ਕੇ ਆਏਗੇ। ਸਾਡੇ ਤੋਂ ਸਾਨੂੰ ਦੇਣਾ ਤਾਂ ਕਿਸੇ ਦਾ ਮਤਲਬ 2-2000 ਰੁਪਇਆ ਲਿਆ ਗਿਆ ਫੀਸਾਂ ਦੇ ਦਾ ਕਿ ਮੈਨੂੰ ਪਤਾ ਹੀ 2000 ਦੀ ਦੁੱਖ ਲੱਗੀ ਸਾਡੀ ਸਰ। ਉਸ ਕਰੀ ਦੇਖੋ ਸਰ, ਗੱਲ ਇਹ ਹੈ ਪਹਿਲਾਂ ਤਾਂ ਸਾਨੂੰ ਅਕਾਲੀ ਗਵਰਨਮੈਂਟ ਨੇ ETT ਕਰਵਾਈ ਵੀ ਤੁਸੀਂ ETT ਕਰੋ ਕਿਉਂਕਿ ਆਲਰੇਡੀ B.Ed ਤੇ ਕੁਛ ਕਹਿੰਦੇ ETT ਕਰੋ। ਸਾਰਿਆਂ ਨੂੰ ETT ਕਰਵਾਤੀ ਜੀ ਵੀ ETT ਟੀਚਰ। ਹੁਣ ਕਾਂਗਰਸ ਗਵਰਨਮੈਂਟ ਨੇ ਸਾਨੂੰ NTT ਕਰਵਾਤੀ, ਸਾਨੂੰ NTT ਟੀਚਰ ਭਰਤੀ ਕਰਾਂਗੇ ਰੈਗੂਲਰ। ਕਰਿਆ ਕੁਛ ਨਹੀਂ ਜੀ, ਡਿਗਰੀਆਂ ਤੇ ਡਿਗਰੀਆਂ ਦਵਾਈ ਜਾਂਦੇ ਨੇ ਵੀ ਆਹ ਵੀ ਕਰ ਲਓ, ਆਹ ਵੀ ਨਾਲੇ ਕਰਵਾਉਂਦੀ ਗਵਰਨਮੈਂਟ ਹੈ, ਪੱਕੇ ਕਰਨ ਵਾਲੀ ਕੁਛ ਨਹੀਂ ਜੀ। ਮਾਰਚ 10 ਤੋਂ ਬਾਅਦ ਤੁਸੀਂ ਤੁਹਾਡੀ ਸ਼ਿਕਾਇਤ ਨਹੀਂ ਹੋਈ। ਸਾਡੀ ਡਿਮਾਂਡ ਇਹ ਹੈ ਜੀ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਰਪਾ ਕਰਕੇ ਇਹਨੂੰ ਮੈਨੀਫੈਸਟੋ ਚ ਪਾਵਾਂਗੇ। ਐਜੂਕੇਸ਼ਨ ਸਾਡਾ ਪ੍ਰਾਇੋਰਟੀ ਹੈ ਔਰ ਤੁਸੀਂ ਐਜੂਕੇਸ਼ਨ ਠੀਕ ਕਰਨੀ ਹੈ। ਭਗਵੰਤ ਮਾਨ ਨਹੀਂ ਐਜੂਕੇਸ਼ਨ ਠੀਕ ਕਰ ਸਕਦਾ, ਤੁਸੀਂ ਕਰੋ। ਦੇਖੋ ਸਰ, ਅਸੀਂ ਉਹ ਦੇ ਦਾਂਗੇ ਜੋ ਵੀ ਮੈਨੀਫੈਸਟੋ ਬਣਦੇ ਆ ਉਹਨੂੰ ਸਾਨੂੰ ਉਸ ਮੈਨੀਫੈਸਟੋ ਦੇ ਵਿੱਚ ਸਾਡੀ ਮੈਂ ਕਰੂੰਗਾ। ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ। ਤਨਖਾਹ ਹੈ ਸਿਰਫ 6000। ਪਿਛਲੇ 8-10 ਸਾਲਾਂ ਤੋਂ ਸਾਡੀ ਤਨਖਾਹ ਬਿਲਕੁਲ ਨਹੀਂ ਵਧਾਈ ਗਈ ਜੀ। ਇਸ ਵਾਰ 6600 ਦਾ ਵਾਧੇ ਦੀ
ਪ੍ਰਵਾਨਗੀ ਹੋਈ ਸੀ ਵੀ ਤੁਹਾਡੀ ਜਿਹੜੀ 27/17/95 ਫਾਈਲ ਨੰਬਰ ਹੈ ਫਾਈਨਾਂਸ ਵਿਭਾਗ ਕੋਲ ਗਈ ਹੋਈ ਹੈ ਤੇ ਉਸ ਤੇ ਕੁਝ ਨਹੀਂ ਕੀਤਾ ਗਿਆ ਜੀ। ਕਿਉਂ ਨਹੀਂ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਅਸੀਂ 208 ਦਿਨ ਉੱਥੇ ਧਰਨਾ ਲਾਇਆ 85 ਦਿਨ ਸਾਡੇ ਮੁੰਡੇ ਨੇ ਜਿਹੜੇ 7ਵੀਂ ਮੰਜ਼ਿਲ ਤੇ ਚੜੇ ਰਹੇ। ਮੈਨੂੰ ਪਤਾ ਇੰਨੀ ਠੰਡ ਦੇ ਵਿੱਚ ਇੰਨੇ ਜ਼ਿਆਦਾ ਸਰਕਾਰ ਨੇ ਸਾਡੇ ਤੇ ਤਸ਼ੱਦਦ ਕੀਤੇ ਨੇ। ਹੁਣ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਨੇ ਤਸ਼ੱਦਦ ਕੀਤੇ ਨੇ, ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਨੇ ਤਸ਼ੱਦਦ ਕੀਤੇ। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ। 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ ਆਈਐਸ ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, ਬੀਐਡ ਦਾ, ਤੇ ਆਈਐਸ ਪੱਧਰ ਦਾ ਐਗਜ਼ਾਮ ਪਾਸ ਕਰਕੇ ਦੋ ਵਾਰ ਕਰ ਚੁੱਕੇ ਨੇ। ਤੇ ਅਸੀਂ ਉੱਥੇ ਗਏ ਸੀਗੇ ਇੱਕ ਪਿੰਡ ਦੇ ਵਿੱਚ, ਮੈਂ ਤੇ ਕੇਜਰੀਵਾਲ ਸਾਹਿਬ, ਖਾਨਪੁਰ, ਤੇ ਸਕੂਲ ਦੇ ਬਾਹਰ ਆ ਗਏ ਸੀ ਸਟਾਫ। ਉਹਨਾਂ ਨੇ ਵੀ ਇਹੀ ਗੱਲ ਕਹੀ 6000 ਰੁਪਇਆ ਔਰ 2003 ਤੋਂ ਕੰਮ ਕਰ ਰਹੇ 18 ਸਾਲ ਹੋ ਗਏ। ਠੀਕ ਹੈ, ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀਗੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀ ਉਹਨਾਂ ਦੀ ਤਨਖਾਹ ਇੰਨੀ ਕੀ ਸੀ, ਸ਼ੀਲਾ ਦੀਕਸ਼ਤ ਗਵਰਨਮੈਂਟ। ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ 1900 ਦੀ ਜੀ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਂਦੇ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, BLO ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਤੇ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰਨਗੇ। ਸੋ ਇਹ ਨਹੀਂ ਹੋਊਗਾ, ਮਾਨ ਸਨਮਾਨ ਇਸ ਪੱਧਰ ਦਾ ਹੋਊਗਾ। ਦਿੱਲੀ ਦੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਤਾਂ ਚਲੋ ਹੈਗਾ ਹੀ ਹੈਗਾ, ਸਾਰਾ ਕੁਝ ਕੀਤਾ। ਦਿੱਲੀ ਦੇ ਸਕੂਲਾਂ ਦੇ ਸਰਕਾਰੀ ਟੀਚਰਾਂ ਦਾ ਵਫਦ 20-25 ਦਾ ਗਵਰਨਮੈਂਟ ਆਪਣੇ ਖਰਚੇ ਤੇ ਹੇਵਰਡ ਯੂਨੀਵਰਸਿਟੀ ਵਾਸ਼ਿੰਗਟਨ DC, ਆਕਸਫੋਰਡ ਯੂਨੀਵਰਸਿਟੀ ਲੰਡਨ, ਨਿਊਜ਼ੀਲੈਂਡ ਤੇ ਸਿੰਗਾਪੁਰ ਉੱਥੇ ਲਿਜਾ ਕੇ ਉਹਨਾਂ ਦੇ ਕੋਈ ਲੇਟੈਸਟ ਪੜ੍ਹਾਈ ਦੇ ਤਰੀਕਿਆਂ ਦੀ ਟ੍ਰੇਨਿੰਗ ਕਰਾਉਂਦੇ। ਉਹ ਆ ਕੇ ਇੱਥੇ ਆਪਣੇ ਕੋਲੀਗਸ ਨੂੰ ਦੱਸਦੇ ਨੇ ਵੀ ਆ ਹੈ। ਇਸੇ ਕਰਕੇ 99.7% ਰਿਜ਼ਲਟ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਆ ਗਿਆ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਤੋਂ ਵੱਧ ਆ ਜਾਣਗੇ। ਦਿੱਲੀ ਦੇ ਪ੍ਰਾਈਵੇਟ ਸਕੂਲ ਤਾਂ ਬਹੁਤ ਵੱਡੇ ਕਿਉਂਕਿ ਟੀਚਰਾਂ 'ਚ ਕੌਨਫੀਡੈਂਸ ਆ ਕਿ ਸਾਨੂੰ ਯਾਰ ਅਸੀਂ ਹੈਗੇ ਹਿੱਸਾ, ਅਸੀਂ ਲਿਆਉਣਾ ਹੈ ਰਿਜ਼ਲਟ। ਇੱਥੇ ਤੁਹਾਨੂੰ ਮੈਨੂੰ ਪਤਾ ਹੈ ਜੋ ਨੈਸ਼ਨਲ ਸਰਵੇ ਹੋਇਆ ਸਿੱਧਾ ਹੀ ਕਹਿਤਾ ਵੀ ਕੋਈ ਬੱਚਾ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। 100% ਇੰਨੇ ਨੰਬਰ ਹੋਣੇ, ਨੰਬਰ 1 ਆ ਗਏ ਜੀ, ਨੰਬਰ 1 ਆ ਗਏ। ਇਹ ਕੋਈ ਨੰਬਰ 1 ਹੈ ਯਾਰ, ਸਾਨੂੰ ਸਾਰਾ ਪਤਾ ਹੈ। ਇੱਕ ਰੈਗੂਲਰ ਟੀਚਰ ਹੈ, ਉਹਨੂੰ 80000 ਰੁਪਇਆ ਸੈਲਰੀ ਮਿਲ ਰਹੀ ਹੈ। ਕੰਮ ਡਿਊਟੀ ਉਹ ਵੀ ਉਨੀਓ ਕਰਦਾ ਹੈ, ਕੰਮ ਅਸੀਂ ਵੀ ਉਨੀ ਕਰਦੇ ਹਾਂ। ਸਾਤੋਂ ਕੰਮ ਵੱਧ ਲਿਆ ਜਾਂਦਾ ਹੈ ਕਿਉਂਕਿ ਅਸੀਂ ਰੈਗੂਲਰ ਨਹੀਂ। ਸਾਨੂੰ ਕੋਈ ਨਹੀਂ, ਮੈਂ ਪਤਾ ਕੀ ਹੈ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹੁਣ ਨਾ, ਮੈਂ ਹਮੇਸ਼ਾ ਆਪਣੀ PC 'ਚ ਵੀ ਕਹੀ ਹੈ ਕਿ ਸਕੂਲ ਹੈਗੇ ਨੇ ਖਾਲੀ ਟੀਚਰਾਂ ਵੱਲੋਂ। ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਵਾਲੀ, ਉਹ ਤਾਂ ਭਰੀ ਪਈ ਹੈ ਟੀਚਰਾਂ। ਤੁਸੀਂ ਯਾਰ ਉਹਨੂੰ ਥੱਲੇ ਲਾ ਕੇ ਉਹਨੂੰ ਕਲਾਸਰੂਮ 'ਚ ਕਿਉਂ ਨਹੀਂ ਭੇਜਦੇ? ਕहीं ਖਿਆਨਾ ਖਾਲੀ ਹੈ। ਖਿਆਨਾ ਖਾਲੀ ਕੀਤਾ ਕਿਹਨੇ ਫਿਰ? ਨਾ ਤਾਂ ਪਿਛਲੇ 20 ਸਾਲ ਤੋਂ ਕੋਈ ਸਕੂਲ ਬਣਾਇਆ ਨਹੀਂ, ਨਾ ਹਸਪਤਾਲ ਬਣਾਇਆ, ਨਾ ਕੋਈ ਨੌਕਰੀ ਦਿੱਤੀ ਹੈ ਤੁਹਾਨੂੰ, ਠੀਕ ਹੈ ਨਾ, ਤੇ ਨਾ ਕੋਈ ਮਤਲਬ ਸੜਕ ਬਣਾਈ ਹੈ ਜਿਹੜੀ ਟੋਲ ਪਲਾਜ਼ੇ ਤੋਂ ਬਿਨਾਂ ਹੋਵੇ। ਖਜ਼ਾਨਾ ਕਿੱਧਰ ਗਿਆ ਫਿਰ? ਬਲਕਿ ਇਸ ਤਾਂ ਠੇਕਾ ਪ੍ਰਣਾਲੀ ਖਤਮ ਹੀ ਕਰਨਾ ਚਾਹੁੰਦੇ ਆ ਜਿਹੜੀ ਆਊਟਸੋਰਸਿੰਗ ਵਗੈਰਾ ਵੀ ਅਸੀਂ ਚਲੋ ਕੋਈ ਨਹੀਂ ਆਪਾਂ ਤਾਂ ਯਾਰ ਰੋਲ ਖੁੱਲ ਕੇ ਕੱਢ ਲਈ, ਜਿਵੇਂ ਕੱਢ ਲਈ। ਜਵਾਕ ਪੜ੍ਹਾ ਲਈਏ, ਜਵਾਕ ਪੜ੍ਹਾ ਲਈ ਦਾ ਮਤਲਬ ਸਰਕਾਰੀ ਸਕੂਲ ਨਹੀਂ ਹੈਗਾ। ਜਵਾਕ ਪੜ੍ਹਾ ਲਈ ਦਾ ਮਤਲਬ ਕਿਤੇ ਬਾਹਰ ਹੈ। ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾ ਲਓ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਸਕੂਲ 'ਚ ਮਤਲਬ ਕਹਿੰਦਾ ਬਜ਼ੁਰਗ ਕਹਿੰਦਾ ਬਸ ਐਂ ਕਹਿ ਰੱਖਿਆ ਸਾਨੂੰ ਤਾਂ ਜਵਾਕਾਂ ਨੂੰ ਵੀ ਕਾਪੀ ਕਿਤਾਬ ਭਾਵੇਂ ਭੁੱਲੇ ਭਾਈ, ਕੌਲੀ ਤੇ ਚਮਚਾ ਨਾ ਭੁੱਲ ਕੇ ਆਏਗਾ। ਬਲ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣਾ ਕੇ ਰੱਖਦੇ ਹੈ ਜੀ। ਦੱਸੋ ਕੀ ਕਰੋਗੇ? ਸਰ ਅਸੀਂ 85 ਦੇ ਉੱਪਰ ਲਾ ਕੇ ਆਏ ਕਿ ਸਾਡੇ ਤੋਂ ਸਾਨੂੰ ਦੇਣਾ ਤਾਂ ਕਿਸੇ ਦਾ ਮਤਲਬ 2000 ਰੁਪਇਆ ਲਿਆ ਗਿਆ ਫੀਸਾਂ ਦੇ ਦਾ ਮੈਨੂੰ ਪਤਾ ਹੀ ਨਹੀਂ। 2000 ਦੀ ਦੁੱਖ ਲੱਗੀ ਸਾਡੀ ਸਰ। ਦੇਖੋ ਸਰ, ਗੱਲ ਇਹ ਹੈ, ਪਹਿਲਾਂ ਤਾਂ ਸਾਨੂੰ ਅਕਾਲੀ ਗਵਰਨਮੈਂਟ ਨੇ ETT ਕਰਵਾਈ ਵੀ ਤੁਸੀਂ ETT ਕਰੋ ਕਿਉਂਕਿ ਆਲਰੇਡੀ BEd ਤੇ ਕੁਛ ਕਹਿੰਦੇ ETT ਕਰੋ। ਸਾਰਿਆਂ ਨੂੰ ETT ਕਰਵਾਤੀ ਜੀ ਵੀ ETT ਟੀਚਰ। ਹੁਣ ਕਾਂਗਰਸ ਗਵਰਨਮੈਂਟ ਨੇ ਸਾਨੂੰ NTT ਕਰਵਾਤੀ, ਸਾਨੂੰ NTT ਟੀਚਰ ਭਰਤੀ ਕਰਾਂਗੇ ਰੈਗੂਲਰ। ਕਰਿਆ ਕੁਛ ਨਹੀਂ ਜੀ, ਡਿਗਰੀਆਂ ਤੇ ਡਿਗਰੀਆਂ ਦਵਾਈ ਜਾਂਦੇ ਨੇ ਵੀ ਆਹ ਵੀ ਕਰ ਲਓ, ਆਹ ਵੀ ਨਾਲੇ ਕਰਵਾਉਂਦੀ ਗਵਰਨਮੈਂਟ ਹੈ, ਪੱਕੇ ਕਰਨ ਵਾਲੀ ਕੁਛ ਨਹੀਂ ਜੀ। ਮਾਰਚ 10 ਤੋਂ ਬਾਅਦ ਤੁਸੀਂ ਤੁਹਾਡੀ ਸ਼ਿਕਾਇਤ ਨਹੀਂ ਹੋਈ। ਸਾਡੀ ਡਿਮਾਂਡ ਇਹ ਹੈ ਜੀ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਰਪਾ ਕਰਕੇ ਇਹਨੂੰ ਮੈਨੀਫੈਸਟੋ 'ਚ ਪਾਵਾਂਗੇ। ਐਜੂਕੇਸ਼ਨ ਸਾਡਾ ਪ੍ਰਾਇੋਰਟੀ ਹੈ ਔਰ ਤੁਸੀਂ ਐਜੂਕੇਸ਼ਨ ਠੀਕ ਕਰ ਰਹੇ ਹੋ। ਭਗਵੰਤ ਮਾਨ ਨਹੀਂ ਐਜੂਕੇਸ਼ਨ ਠੀਕ ਕਰ ਸਕਦਾ, ਤੁਸੀਂ ਕਰੋ। ਦੇਖੋ ਸਰ, ਅਸੀਂ ਉਹ ਦੇ ਦਾਂਗੇ ਆ ਜੋ ਵੀ ਮੈਨੀਫੈਸਟੋ ਬਣਦੇ ਆ ਉਹਨੂੰ ਸਾਨੂੰ ਉਸ ਮੈਨੀਫੈਸਟੋ ਦੇ ਵਿੱਚ ਸਾਡੀ ਮੈਂ ਕਰੂੰਗਾ। ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ। ਤਨਖਾਹ ਹੈ ਸਿਰਫ 6000। ਪਿਛਲੇ 8-10 ਸਾਲਾਂ ਤੋਂ ਸਾਡੀ ਤਨਖਾਹ ਬਿਲਕੁਲ ਨਹੀਂ ਵਧਾਈ ਗਈ ਜੀ। ਇਸ ਵਾਰ 6600 ਦਾ ਵਾਧੇ ਦੀ ਪ੍ਰਵਾਨਗੀ ਹੋਈ ਸੀ ਵੀ ਤੁਹਾਡੀ ਜਿਹੜੀ 27/17/95 ਫਾਈਲ ਨੰਬਰ ਹੈ ਫਾਈਨਾਂਸ ਵਿਭਾਗ ਕੋਲ ਗਈ ਹੋਈ ਹੈ
ਤੇ ਉਸ ਤੇ ਕੁਝ ਨਹੀਂ ਕੀਤਾ ਗਿਆ ਜੀ। ਕਿਉਂ ਨਹੀਂ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਅਸੀਂ 208 ਦਿਨ ਉੱਥੇ ਧਰਨਾ ਲਾਇਆ। 85 ਦਿਨ ਸਾਡੇ ਮੁੰਡੇ ਨੇ ਜਿਹੜੇ 7ਵੀਂ ਮੰਜ਼ਿਲ ਤੇ ਚੜੇ ਰਹੇ। ਮੈਨੂੰ ਪਤਾ ਇੰਨੀ ਠੰਡ ਦੇ ਵਿੱਚ ਇੰਨੇ ਜ਼ਿਆਦਾ ਸਰਕਾਰ ਨੇ ਸਾਡੇ ਤੇ ਤਸ਼ੱਦਦ ਕੀਤੇ ਨੇ। ਹੁਣ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਨੇ ਤਸ਼ੱਦਦ ਕੀਤੇ ਨੇ, ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਨੇ ਤਸ਼ੱਦਦ ਕੀਤੇ। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ। 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ ਆਈਐਸ ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, ਬੀਐਡ ਦਾ, ਤੇ ਆਈਐਸ ਪੱਧਰ ਦਾ ਐਗਜ਼ਾਮ ਪਾਸ ਕਰਕੇ ਦੋ ਵਾਰ ਕਰ ਚੁੱਕੇ ਨੇ। ਤੇ ਅਸੀਂ ਉੱਥੇ ਗਏ ਸੀਗੇ ਇੱਕ ਪਿੰਡ ਦੇ ਵਿੱਚ, ਮੈਂ ਤੇ ਕੇਜਰੀਵਾਲ ਸਾਹਿਬ, ਖਾਨਪੁਰ, ਤੇ ਸਕੂਲ ਦੇ ਬਾਹਰ ਆ ਗਏ ਸੀ ਸਟਾਫ। ਉਹਨਾਂ ਨੇ ਵੀ ਇਹੀ ਗੱਲ ਕਹੀ 6000 ਰੁਪਇਆ ਔਰ 2003 ਤੋਂ ਕੰਮ ਕਰ ਰਹੇ 18 ਸਾਲ ਹੋ ਗਏ। ਠੀਕ ਹੈ, ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀਗੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀ ਉਹਨਾਂ ਦੀ ਤਨਖਾਹ ਇੰਨੀ ਕੀ ਸੀ, ਸ਼ੀਲਾ ਦੀਕਸ਼ਤ ਗਵਰਨਮੈਂਟ। ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ 1900 ਦੀ ਜੀ ਵਾਲਾ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਣਾ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, BLO ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰੋਗੇ। ਸੋ ਇਹ ਨਹੀਂ ਹੋਊਗਾ। ਮਾਨ ਸਨਮਾਨ ਇਸ ਪੱਧਰ ਦਾ ਹੋਊਗਾ। ਦਿੱਲੀ ਦੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਤਾਂ ਚਲੋ ਹੈਗਾ ਹੀ ਹੈਗਾ, ਸਾਰਾ ਵਧੀਆ ਕੀਤਾ। ਦਿੱਲੀ ਦੇ ਸਕੂਲਾਂ ਦੇ ਸਰਕਾਰੀ ਟੀਚਰਾਂ ਦਾ ਵਫਦ 20-25 ਦਾ ਗਵਰਨਮੈਂਟ ਆਪਣੇ ਖਰਚੇ ਤੇ ਹੇਵਰਡ ਯੂਨੀਵਰਸਿਟੀ ਵਾਸ਼ਿੰਗਟਨ DC, ਆਕਸਫੋਰਡ ਯੂਨੀਵਰਸਿਟੀ ਲੰਡਨ, ਨਿਊਜ਼ੀਲੈਂਡ ਤੇ ਸਿੰਗਾਪੁਰ ਉੱਥੇ ਲਿਜਾ ਕੇ ਉਹਨਾਂ ਦੇ ਵੀ ਲੇਟੈਸਟ ਪੜ੍ਹਾਈ ਦੇ ਤਰੀਕਿਆਂ ਦੀ ਟ੍ਰੇਨਿੰਗ ਕਰਾਉਂਦੇ। ਉਹ ਆ ਕੇ ਇੱਥੇ ਆਪਣੇ ਕੋਲੀਗਸ ਨੂੰ ਦੱਸਦੇ ਨੇ ਵੀ ਆਹ ਹੈ। ਇਸੇ ਕਰਕੇ 99.7% ਰਿਜ਼ਲਟ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਆ ਗਿਆ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਤੋਂ ਵੱਧ ਆ ਜਾਣਗੇ। ਦਿੱਲੀ ਦੇ ਪ੍ਰਾਈਵੇਟ ਸਕੂਲ ਤਾਂ ਬਹੁਤ ਵੱਡੇ ਕਿਉਂਕਿ ਟੀਚਰਾਂ 'ਚ ਕੌਨਫੀਡੈਂਸ ਆ ਕਿ ਸਾਨੂੰ ਯਾਰ ਹਾਂ ਯਾਰ ਅਸੀਂ ਹੈਗੇ ਹਿੱਸਾ, ਅਸੀਂ ਲਿਆਉਣਾ ਰਿਜ਼ਲਟ। ਇੱਥੇ ਤੁਹਾਨੂੰ ਮੈਨੂੰ ਪਤਾ ਹੈ ਜੋ ਨੈਸ਼ਨਲ ਸਰਵੇ ਹੋਇਆ ਸਿੱਧਾ ਹੀ ਕਹਿਤਾ ਵੀ ਕੋਈ ਬੱਚਾ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। 100% ਇੰਨੇ ਨੰਬਰ 1 ਆ ਗਏ ਜੀ, ਨੰਬਰ 1 ਆ ਗਏ। ਇਹ ਕੋਈ ਨੰਬਰ 1 ਹੈ ਯਾਰ, ਸਾਨੂੰ ਸਾਰਾ ਪਤਾ ਹੈ। ਇੱਕ ਰੈਗੂਲਰ ਟੀਚਰ ਹੈ, ਉਹਨੂੰ 80000 ਰੁਪਇਆ ਸੈਲਰੀ ਮਿਲ ਰਹੀ ਹੈ। ਕੰਮ ਡਿਊਟੀ ਉਹ ਵੀ ਉਨੀਓ ਕਰਦਾ ਹੈ, ਕੰਮ ਅਸੀਂ ਵੀ ਉਨੀ ਕਰਦੇ ਹਾਂ। ਸਾਤੋਂ ਕੰਮ ਵੱਧ ਲਿਆ ਜਾਂਦਾ ਹੈ ਕਿਉਂਕਿ ਅਸੀਂ ਰੈਗੂਲਰ ਨਹੀਂ। ਸਾਨੂੰ ਕੋਈ ਨਹੀਂ, ਮੈਂ ਪਤਾ ਕੀ ਹੈ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹੁੰਦਾ। ਮੈਂ ਹਮੇਸ਼ਾ ਆਪਣੀ PC 'ਚ ਵੀ ਕਹੀ ਹੈ ਕਿ ਸਕੂਲ ਹੈਗੇ ਨੇ ਖਾਲੀ ਟੀਚਰਾਂ ਵੱਲੋਂ। ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਵਾਲੀ, ਉਹ ਤਾਂ ਭਰੀ ਪਈ ਹੈ ਟੀਚਰਾਂ। ਤੁਸੀਂ ਯਾਰ ਉਹਨੂੰ ਥੱਲੇ ਲਾ ਕੇ ਉਹਨੂੰ ਕਲਾਸਰੂਮ 'ਚ ਕਿਉਂ ਨਹੀਂ ਭੇਜਦੇ? ਕहीं ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਕੀਤਾ ਕਿਹਨੇ ਫਿਰ? ਨਾ ਤਾਂ ਪਿਛਲੇ 20 ਸਾਲ ਤੋਂ ਕੋਈ ਸਕੂਲ ਬਣਾਇਆ ਨਹੀਂ, ਨਾ ਹਸਪਤਾਲ ਬਣਾਇਆ, ਨਾ ਕੋਈ ਨੌਕਰੀ ਦਿੱਤੀ ਹੈ ਤੁਹਾਨੂੰ। ਠੀਕ ਹੈ ਨਾ, ਤੇ ਨਾ ਕੋਈ ਮਤਲਬ ਸੜਕ ਬਣਾਈ ਹੈ ਜਿਹੜੀ ਟੋਲ ਪਲਾਜ਼ੇ ਤੋਂ ਬਿਨਾਂ ਹੋਵੇ। ਖਜ਼ਾਨਾ ਕਿੱਧਰ ਗਿਆ ਫਿਰ? ਬਲਕਿ ਇਸ ਤਾਂ ਠੇਕਾ ਪ੍ਰਣਾਲੀ ਖਤਮ ਹੀ ਕਰਨਾ ਚਾਹੁੰਦੇ ਆ ਜਿਹੜੀ ਆਊਟਸੋਰਸਿੰਗ ਵਗੈਰਾ ਵੀ ਅਸੀਂ ਚਲੋ ਕੋਈ ਨਹੀਂ ਆਪਾਂ ਤਾਂ ਯਾਰ ਰੋਲ ਖੁੱਲ ਕੇ ਕੱਢ ਲਈ, ਜਿਵੇਂ ਕੱਢ ਲਈ। ਜਵਾਕ ਪੜ੍ਹਾ ਲਈਏ, ਜਵਾਕ ਪੜ੍ਹਾ ਲਈ ਦਾ ਮਤਲਬ ਸਰਕਾਰੀ ਸਕੂਲ ਨਹੀਂ ਹੈਗਾ। ਜਵਾਕ ਪੜ੍ਹਾ ਲਈ ਦਾ ਮਤਲਬ ਕਿਤੇ ਬਾਹਰ। ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾ ਲਓ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਸਕੂਲ 'ਚ ਮਤਲਬ ਕਹਿੰਦਾ ਬਜ਼ੁਰਗ ਕਹਿੰਦਾ ਬਸ ਐਂ ਕਹਿ ਰੱਖਿਆ ਸਾਨੂੰ ਤਾਂ ਜਵਾਕਾਂ ਨੂੰ ਵੀ ਕਾਪੀ ਕਿਤਾਬ ਭਾਵੇਂ ਭੁੱਲੇ ਭਾਈ, ਕੌਲੀ ਤੇ ਚਮਚਾ ਨਾ ਭੁੱਲ ਕੇ ਆਏਗਾ। ਮਤਲਬ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣਾ ਕੇ ਰੱਖਦੇ ਹੈ ਜੀ। ਦੱਸੋ ਕੀ ਕਰੋਗੇ? ਸਰ ਅਸੀਂ 85 ਦੇ ਉੱਪਰ ਲਾ ਕੇ ਆਏਗੇ। ਸਾਡੇ ਤੋਂ ਸਾਨੂੰ ਦੇਣਾ ਤਾਂ ਕਿਸੇ ਦਾ ਮਤਲਬ 2000 ਰੁਪਇਆ ਲਿਆ ਗਿਆ ਫੀਸ ਵਾਲੇ ਦਾ ਕੋਈ ਨਹੀਂ ਪਤਾ ਨਹੀਂ। 2000 ਦੀ ਦੁੱਖ ਲੱਗੀ ਸਾਡੀ ਸਰ। ਉਸ ਤਰ੍ਹਾਂ ਦੇਖੋ ਸਰ, ਗੱਲ ਇਹ ਹੈ, ਪਹਿਲਾਂ ਤਾਂ ਸਾਨੂੰ ਅਕਾਲੀ ਗਵਰਨਮੈਂਟ ਨੇ ETT ਕਰਵਾਈ ਵੀ ਤੁਸੀਂ ETT ਕਰੋ ਕਿਉਂਕਿ ਆਲਰੇਡੀ BEd ਤੇ ਕੁਛ ਕਹਿੰਦੇ ETT ਕਰੋ। ਸਾਰਿਆਂ ਨੂੰ ETT ਕਰਵਾਤੀ ਜੀ ਵੀ ETT ਟੀਚਰ। ਹੁਣ ਕਾਂਗਰਸ ਗਵਰਨਮੈਂਟ ਨੇ ਸਾਨੂੰ NTT ਕਰਵਾਤੀ, ਸਾਨੂੰ NTT ਟੀਚਰ ਭਰਤੀ ਕਰਾਂਗੇ ਰੈਗੂਲਰ। ਕਰਿਆ ਕੁਛ ਨਹੀਂ ਜੀ, ਡਿਗਰੀਆਂ ਤੇ ਡਿਗਰੀਆਂ ਦਵਾਈ ਜਾਂਦੇ ਨੇ ਵੀ ਆਹ ਵੀ ਕਰ ਲਓ, ਆਹ ਵੀ ਨਾਲੇ ਕਰਵਾਉਂਦੀ ਗਵਰਨਮੈਂਟ ਹੈ, ਪੱਕੇ ਕਰਨ ਵਾਲੀ ਕੁਛ ਨਹੀਂ ਜੀ। ਮਾਰਚ 10 ਤੋਂ ਬਾਅਦ ਤੁਸੀਂ ਤੁਹਾਡੀ ਸ਼ਿਕਾਇਤ ਨਹੀਂ ਹੋਈ। ਸਾਡੀ ਡਿਮਾਂਡ ਇਹ ਹੈ ਜੀ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਰਪਾ ਕਰਕੇ ਇਹਨੂੰ ਮੈਨੀਫੈਸਟੋ 'ਚ ਪਾਵਾਂਗੇ। ਐਜੂਕੇਸ਼ਨ ਸਾਡਾ ਪ੍ਰਾਇੋਰਟੀ ਹੈ ਔਰ ਤੁਸੀਂ ਐਜੂਕੇਸ਼ਨ ਠੀਕ ਕਰਨੀ ਹੈ। ਭਗਵੰਤ ਮਾਨ ਨਹੀਂ ਐਜੂਕੇਸ਼ਨ ਠੀਕ ਕਰ ਸਕਦਾ, ਤੁਸੀਂ ਕਰੋ। ਦੇਖੋ ਸਰ, ਅਸੀਂ ਉਹ ਦੇ ਦਾਂਗੇ ਜੋ ਵੀ ਮੈਨੀਫੈਸਟੋ ਬਣਦੇ ਆ ਉਹਨੂੰ ਸਾਨੂੰ ਉਸ ਮੈਨੀਫੈਸਟੋ ਦੇ ਵਿੱਚ ਸਾਡੀ ਮੈਂ ਕਰੂੰਗਾ। ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ। ਤਨਖਾਹ ਹੈ ਸਿਰਫ 6000। ਪਿਛਲੇ 8-10 ਸਾਲਾਂ ਤੋਂ ਸਾਡੀ ਤਨਖਾਹ ਬਿਲਕੁਲ ਨਹੀਂ ਵਧਾਈ ਗਈ ਜੀ। ਇਸ ਵਾਰ 6600 ਦਾ ਵਾਧੇ ਦੀ ਪ੍ਰਵਾਨਗੀ ਹੋਈ ਸੀ ਵੀ ਤੁਹਾਡੀ ਜਿਹੜੀ 27/1795 ਫਾਈਲ ਨੰਬਰ ਹੈ ਫਿਨਾਂਸ ਵਿਭਾਗ ਕੋਲ ਗਈ ਹੋਈ ਹੈ ਤੇ ਉਸ ਤੇ ਕੁਝ ਨਹੀਂ ਕੀਤਾ ਗਿਆ ਜੀ।
ਕਿਉਂ ਨਹੀਂ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਅਸੀਂ 208 ਦਿਨ ਉੱਥੇ ਧਰਨਾ ਲਾਇਆ 85 ਦਿਨ ਸਾਡੇ ਮੁੰਡੇ ਨੇ ਜਿਹੜੇ 7ਵੀਂ ਮੰਜ਼ਿਲ ਤੇ ਚੜੇ ਰਹੇ ਮੈਨੂੰ ਪਤਾ ਇੰਨੀ ਠੰਡ ਦੇ ਵਿੱਚ ਇੰਨੇ ਜ਼ਿਆਦਾ ਸਰਕਾਰ ਨੇ ਸਾਡੇ ਤੇ ਤਸ਼ੱਦਦ ਕੀਤੇ ਨੇ। ਹੁਣ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਨੇ ਤਸ਼ੱਦਦ ਕੀਤੇ ਨੇ, ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਨੇ ਤਸ਼ੱਦਦ ਕੀਤੇ। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ ਆਈਐਸ ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, ਬੀਐਡ ਦਾ, ਤੇ ਆਈਐਸ ਪੱਧਰ ਦਾ ਐਗਜ਼ਾਮ ਪਾਸ ਕਰਕੇ ਦੋ ਵਾਰ ਕਰ ਚੁੱਕੇ ਨੇ। ਤੇ ਅਸੀਂ ਉੱਥੇ ਗਏ ਸੀਗੇ ਇੱਕ ਪਿੰਡ ਦੇ ਵਿੱਚ, ਮੈਂ ਤੇ ਕੇਜਰੀਵਾਲ ਸਾਹਿਬ ਖਾਨਪੁਰ, ਤੇ ਸਕੂਲ ਦੇ ਬਾਹਰ ਆ ਗਏ ਸੀ ਸਟਾਫ, ਉਹਨਾਂ ਨੇ ਵੀ ਇਹੀ ਗੱਲ ਕਹੀ 6000 ਰੁਪਇਆ ਔਰ 2003 ਤੋਂ ਕੰਮ ਕਰ ਰਹੇ 18 ਸਾਲ ਹੋ ਗਏ। ਠੀਕ ਹੈ, ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀਗੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀ ਉਹਨਾਂ ਦੀ ਤਨਖਾਹ ਇੰਨੀ ਕੀ ਸੀ, ਸ਼ੀਲਾ ਦੀਕਸ਼ਤ ਗਵਰਨਮੈਂਟ, ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ ਮਨੀਸ਼ ਸਿਸੋਦੀਆ ਜੀ ਵਾਲਾ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਣਾ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, BLO ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਤੇ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰੋਗੇ। ਸੋ ਇਹ ਨਹੀਂ ਹੋਊਗਾ, ਮਾਨ ਸਨਮਾਨ ਇਸ ਪੱਧਰ ਦਾ ਹੋਊਗਾ। ਦਿੱਲੀ ਦੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਤਾਂ ਚਲੋ ਹੈਗਾ ਹੀ ਹੈਗਾ, ਸਾਰਾ ਵਧੀਆ ਕੀਤਾ। ਦਿੱਲੀ ਦੇ ਸਕੂਲਾਂ ਦੇ ਸਰਕਾਰੀ ਟੀਚਰਾਂ ਦਾ ਵਫਦ 20-25 ਦਾ ਗਵਰਨਮੈਂਟ ਆਪਣੇ ਖਰਚੇ ਤੇ ਹੇਵਰਡ ਯੂਨੀਵਰਸਿਟੀ ਵਾਸ਼ਿੰਗਟਨ DC, ਆਕਸਫੋਰਡ ਯੂਨੀਵਰਸਿਟੀ ਲੰਡਨ, ਨਿਊਜ਼ੀਲੈਂਡ ਤੇ ਸਿੰਗਾਪੁਰ ਉੱਥੇ ਲਿਜਾ ਕੇ ਉਹਨਾਂ ਦੇ ਵੀ ਲੇਟੈਸਟ ਪੜ੍ਹਾਈ ਦੇ ਤਰੀਕਿਆਂ ਦੀ ਟ੍ਰੇਨਿੰਗ ਕਰਾਉਂਦੇ। ਉਹ ਆ ਕੇ ਇੱਥੇ ਆਪਣੇ ਕੋਲੀਗਸ ਨੂੰ ਦੱਸਦੇ ਨੇ ਵੀ ਆ ਹੈ। ਇਸੇ ਕਰਕੇ 99.7% ਰਿਜ਼ਲਟ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਆ ਗਿਆ, ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਤੋਂ ਵੱਧ ਆ ਜਾਣਗੇ। ਦਿੱਲੀ ਦੇ ਪ੍ਰਾਈਵੇਟ ਸਕੂਲ ਤਾਂ ਬਹੁਤ ਵੱਡੇ ਕਿਉਂਕਿ ਟੀਚਰਾਂ 'ਚ ਕੌਨਫੀਡੈਂਸ ਆ ਕਿ ਸਾਨੂੰ ਯਾਰ ਹਾਂ ਯਾਰ ਅਸੀਂ ਹੈਗੇ ਹਿੱਸਾ, ਅਸੀਂ ਲਿਆਉਣਾ ਰਿਜ਼ਲਟ। ਇੱਥੇ ਤੁਹਾਨੂੰ ਮੈਨੂੰ ਪਤਾ ਹੈ ਜੋ ਨੈਸ਼ਨਲ ਸਰਵੇ ਹੋਇਆ ਸਿੱਧਾ ਹੀ ਕਹਿਤਾ ਵੀ ਕੋਈ ਬੱਚਾ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ, 100% ਇੰਨੇ ਨੰਬਰ 1 ਆ ਗਏ ਜੀ, ਨੰਬਰ 1 ਆ ਗਏ। ਇਹ ਕੋਈ ਨੰਬਰ 1 ਹੈ ਯਾਰ, ਸਾਨੂੰ ਸਾਰਾ ਪਤਾ ਹੈ। ਇੱਕ ਰੈਗੂਲਰ ਟੀਚਰ ਹੈ, ਉਹਨੂੰ 80000 ਰੁਪਇਆ ਸੈਲਰੀ ਮਿਲ ਰਹੀ ਹੈ, ਕੰਮ ਡਿਊਟੀ ਉਹ ਵੀ ਉਨੀਓ ਕਰਦਾ ਹੈ, ਕੰਮ ਅਸੀਂ ਵੀ ਉਨੀ ਕਰਦੇ ਹਾਂ। ਸਾਤੋਂ ਕੰਮ ਵੱਧ ਲਿਆ ਜਾਂਦਾ ਹੈ ਕਿਉਂਕਿ ਅਸੀਂ ਰੈਗੂਲਰ ਨਹੀਂ। ਸਾਨੂੰ ਕੋਈ ਨਹੀਂ, ਮੈਂ ਪਤਾ ਕੀ ਹੈ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹੁਣ ਨਾ, ਮੈਂ ਹਮੇਸ਼ਾ ਆਪਣੀ PC 'ਚ ਵੀ ਕਹੀ ਹੈ ਕਿ ਸਕੂਲ ਹੈਗੇ ਨੇ ਖਾਲੀ ਟੀਚਰਾਂ ਵੱਲੋਂ। ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਵਾਲੀ, ਉਹ ਤਾਂ ਭਰੀ ਪਈ ਹੈ ਟੀਚਰਾਂ। ਤੁਸੀਂ ਯਾਰ ਉਹਨੂੰ ਥੱਲੇ ਲਾ ਕੇ ਉਹਨੂੰ ਕਲਾਸਰੂਮ 'ਚ ਕਿਉਂ ਨਹੀਂ ਭੇਜਦੇ? ਕहीं ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਕੀਤਾ ਕਿਹਨੇ ਫਿਰ? ਨਾ ਤਾਂ ਪਿਛਲੇ 20 ਸਾਲ ਤੋਂ ਕੋਈ ਸਕੂਲ ਬਣਾਇਆ ਨਹੀਂ, ਨਾ ਹਸਪਤਾਲ ਬਣਾਇਆ, ਨਾ ਕੋਈ ਨੌਕਰੀ ਦਿੱਤੀ ਹੈ ਤੁਹਾਨੂੰ, ਠੀਕ ਹੈ ਨਾ, ਤੇ ਨਾ ਕੋਈ ਮਤਲਬ ਸੜਕ ਬਣਾਈ ਹੈ ਜਿਹੜੀ ਟੋਲ ਪਲਾਜ਼ੇ ਤੋਂ ਬਿਨਾਂ ਹੋਵੇ। ਖਜ਼ਾਨਾ ਕਿੱਧਰ ਗਿਆ ਫਿਰ? ਬਲਕਿ ਇਸ ਤਾਂ ਠੇਕਾ ਪ੍ਰਣਾਲੀ ਖਤਮ ਹੀ ਕਰਨਾ ਚਾਹੁੰਦੇ ਆ ਜਿਹੜੀ ਆਊਟਸੋਰਸਿੰਗ ਵਗੈਰਾ ਵੀ ਅਸੀਂ ਚਲੋ ਕੋਈ ਨਹੀਂ ਆਪਾਂ ਤਾਂ ਯਾਰ ਰੋਲ ਖੁੱਲ ਕੇ ਕੱਢ ਲਈ, ਜਿਵੇਂ ਕੱਢ ਲਈ, ਜਵਾਕ ਪੜ੍ਹਾ ਲਈਏ। ਜਵਾਕ ਪੜ੍ਹਾ ਲਈ ਦਾ ਮਤਲਬ ਸਰਕਾਰੀ ਸਕੂਲ ਨਹੀਂ ਹੈਗਾ, ਜਵਾਕ ਪੜ੍ਹਾ ਲਈ ਦਾ ਮਤਲਬ ਕਿਤੇ ਬਾਹਰ। ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾਲ ਹੋ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਸਕੂਲ 'ਚ ਮਤਲਬ ਕਹਿੰਦਾ ਬਜ਼ੁਰਗ ਕਹਿੰਦਾ ਬਸ ਐਂ ਕਹਿ ਰੱਖਿਆ ਸਾਨੂੰ ਤਾਂ ਜਵਾਕਾਂ ਨੂੰ ਵੀ ਕਾਪੀ ਕਿਤਾਬ ਭਾਵੇਂ ਭੁੱਲੇ ਭਾਈ, ਕੌਲੀ ਤੇ ਚਮਚਾ ਨਾ ਭੁੱਲ ਕੇ ਆਏਗਾ। ਮਤਲਬ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣਾ ਕੇ ਰੱਖਦੇ ਹੈ ਜੀ। ਦੱਸੋ ਕੀ ਕਰੋਗੇ? ਦੇਖੋ ਸਰ, ਅਸੀਂ 85 ਦੇ ਉੱਪਰ ਲਾ ਕੇ ਆਏਗੇ, ਸਾਡੇ ਤੋਂ ਸਾਨੂੰ ਦੇਣਾ ਤਾਂ ਕਿਸੇ ਦਾ ਮਤਲਬ 2000 ਰੁਪਇਆ ਲਿਆ ਗਿਆ ਫੀਸ ਵਾਲੇ ਦਾ, ਕਿ ਮੈਨੂੰ ਪਤਾ ਨਹੀਂ 2000 ਦੀ ਟੋਟਲ ਕੀਤੀ ਸਾਡੀ ਸਰ। ਉਸ ਤਰ੍ਹਾਂ ਹੀ ਦੇਖੋ ਸਰ, ਗੱਲ ਇਹ ਹੈ, ਪਹਿਲਾਂ ਤਾਂ ਸਾਨੂੰ ਅਕਾਲੀ ਗਵਰਨਮੈਂਟ ਨੇ ETT ਕਰਵਾਈ ਵੀ ਤੁਸੀਂ ETT ਕਰੋ, ਕਿਉਂਕਿ ਆਲਰੇਡੀ BEd ਤੇ ਕੁਛ ਕਹਿੰਦੇ ETT ਕਰੋ, ਸਾਰਿਆਂ ਨੂੰ ETT ਕਰਵਾਤੀ ਜੀ ਵੀ ETT ਟੀਚਰ। ਹੁਣ ਕਾਂਗਰਸ ਗਵਰਨਮੈਂਟ ਨੇ ਸਾਨੂੰ NTT ਕਰਵਾਤੀ, ਸਾਨੂੰ NTT ਟੀਚਰ ਭਰਤੀ ਕਰਾਂਗੇ ਰੈਗੂਲਰ। ਕਰਿਆ ਕੁਛ ਨਹੀਂ ਜੀ, ਡਿਗਰੀਆਂ ਤੇ ਡਿਗਰੀਆਂ ਦਵਾਈ ਜਾਂਦੇ ਨੇ ਵੀ ਆਹ ਵੀ ਕਰ ਲਓ, ਆਹ ਵੀ ਨਾਲੇ ਕਰਵਾਉਂਦੀ ਗਵਰਨਮੈਂਟ ਹੈ, ਪੱਕੇ ਕਰਨ ਵਾਲੀ ਕੁਛ ਨਹੀਂ ਜੀ। ਮਾਰਚ 10 ਤੋਂ ਬਾਅਦ ਤੁਸੀਂ ਤੁਹਾਡੀ ਸ਼ਿਕਾਇਤ ਨਹੀਂ ਹੋਣੀ। ਸਾਡੀ ਡਿਮਾਂਡ ਇਹ ਹੈ ਜੀ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਕਿਰਪਾ ਕਰਕੇ ਇਹਨੂੰ ਮੈਨੀਫੈਸਟੋ 'ਚ ਪਾਵਾਂਗੇ। ਐਜੂਕੇਸ਼ਨ ਸਾਡਾ ਪ੍ਰਾਇੋਰਟੀ ਹੈ ਔਰ ਤੁਸੀਂ ਐਜੂਕੇਸ਼ਨ ਠੀਕ ਕਰਨੀ ਹੈ। ਭਗਵੰਤ ਮਾਨ ਨਹੀਂ ਐਜੂਕੇਸ਼ਨ ਠੀਕ ਕਰ ਸਕਦਾ, ਤੁਸੀਂ ਕਰੋ। ਦੇਖੋ ਸਰ, ਅਸੀਂ ਉਹ ਦੇ ਦਾਂਗੇ ਜੋ ਵੀ ਮੈਨੀਫੈਸਟੋ ਬਣਦੇ ਆ, ਉਹਨੂੰ ਸਾਨੂੰ ਉਸ ਮੈਨੀਫੈਸਟੋ ਦੇ ਵਿੱਚ ਸਾਡੀ ਮੈਂ ਕਰੂੰਗਾ। ਉਹ ਦੂਜੇ ਸਾਰੇ ਕੰਮ ਸਾਤੋਂ ਲਏ ਜਾਂਦੇ ਨੇ। ਤਨਖਾਹ ਹੈ ਸਿਰਫ 6000। ਪਿਛਲੇ 8-10 ਸਾਲਾਂ ਤੋਂ ਸਾਡੀ ਤਨਖਾਹ ਬਿਲਕੁਲ ਨਹੀਂ ਵਧਾਈ ਗਈ ਜੀ। ਇਸ ਵਾਰ 6600 ਦਾ ਵਾਧੇ ਦੀ ਪ੍ਰਵਾਨਗੀ ਹੋਈ ਸੀ ਵੀ ਤੁਹਾਡੀ ਜਿਹੜੀ 27-1795 ਫਾਈਲ ਨੰਬਰ ਹੈ ਫਾਈਨਾਂਸ ਵਿਭਾਗ ਕੋਲ ਗਈ ਹੋਈ ਹੈ, ਤੇ ਉਸ ਤੇ ਕੁਝ ਨਹੀਂ ਕੀਤਾ ਗਿਆ ਜੀ। ਕਿਉਂ ਨਹੀਂ ਕੀਤਾ ਗਿਆ ਸਾਨੂੰ ਨਹੀਂ ਪਤਾ ਵੀ ਅਸੀਂ 208 ਦਿਨ ਉੱਥੇ ਧਰਨਾ ਲਾਇਆ
85 ਦਾ ਸਾਡੇ ਮੁੰਡੇ ਨੇ ਜਿਹੜੇ 7ਵੀਂ ਮੰਜ਼ਿਲ ਤੇ ਚੜੇ ਰਹੇ ਮੈਨੂੰ ਪਤਾ ਇੰਨੀ ਠੰਡ ਦੇ ਵਿੱਚ ਇੰਨੇ ਜ਼ਿਆਦਾ ਸਰਕਾਰ ਨੇ ਸਾਡੇ ਤੇ ਤਸੱਦਦ ਕੀਤੇ ਨੇ। ਹੁਣ ਪਹਿਲਾਂ 10 ਸਾਲ ਅਕਾਲੀ ਗਵਰਨਮੈਂਟ ਨੇ ਤਸੱਦਦ ਕੀਤੇ ਨੇ, ਉਸ ਤੋਂ ਬਾਅਦ ਕਾਂਗਰਸ ਗਵਰਨਮੈਂਟ ਨੇ ਤਸੱਦਦ ਕੀਤੇ। ਤੁਹਾਡੀ ਸਮੱਸਿਆ ਨੂੰ ਅਸੀਂ ਬਹੁਤ ਬਰੀਕੀ ਨਾਲ ਦੇਖਿਆ ਹੋਇਆ। ਮੈਂ ਖੁਦ ਇੱਕ ਟੀਚਰ ਦਾ ਬੇਟਾ। 6000 ਰੁਪਏ 'ਚ ਕੰਮ ਕਰਨਾ ਤਾਂ ਇੱਕ ਮਤਲਬ ਮੈਂਟਲੀ ਤੌਰ ਤੇ ਟੌਰਚਰ ਵਾਲੀ ਗੱਲ ਹੈ ਕਿ ਉਹ ਡਿਗਰੀਆਂ ਨੇ ਜਿਹੜੀਆਂ ਆਈਐਸ ਲੈਵਲ ਦਾ ਐਗਜ਼ਾਮ ਹੁੰਦਾ ਹੈ, ਟੈਟ ਦਾ, ਬੀਐਡ ਦਾ, ਤੇ ਆਈਐਸ ਪੱਧਰ ਦਾ ਐਗਜ਼ਾਮ ਪਾਸ ਕਰਕੇ ਦੋ ਵਾਰ ਕਰ ਚੁੱਕੇ ਨੇ। ਤੇ ਅਸੀਂ ਉੱਥੇ ਗਏ ਸੀਗੇ ਇੱਕ ਪਿੰਡ ਦੇ ਵਿੱਚ, ਮੈਂ ਤੇ ਕੇਜਰੀਵਾਲ ਸਾਹਿਬ, ਖਾਨਪੁਰ, ਤੇ ਸਕੂਲ ਦੇ ਬਾਹਰ ਆ ਗਏ ਸੀ ਸਟਾਫ। ਉਹਨਾਂ ਨੇ ਵੀ ਇਹੀ ਗੱਲ ਕਹੀ 6000 ਰੁਪਇਆ ਔਰ 2003 ਤੋਂ ਕੰਮ ਕਰ ਰਹੇ 18 ਸਾਲ ਹੋ ਗਏ। ਠੀਕ ਹੈ, ਸੋ ਇਹ ਤਾਂ ਮੈਂਟਲੀ ਟੌਰਚਰ ਹੈ। ਬਿਲਕੁਲ ਸੇਮ ਸਿਚੁਏਸ਼ਨ ਦਿੱਲੀ 'ਚ ਸੀਗੀ। ਗੈਸਟ ਫੈਕਲਟੀ ਟੀਚਰ ਜਿਹੜੇ ਸੀਗੇ ਉਹਨਾਂ ਦੀ ਤਨਖਾਹ ਇੰਨੀ ਕੀ ਸੀ, ਸ਼ੀਲਾ ਦੀਕਸ਼ਤ ਗਵਰਨਮੈਂਟ, ਸਾਡੀ ਸਰਕਾਰ ਆਈ, ਅੱਜ ਉਹ 36000 ਰੁਪਏ ਲੈ ਰਹੀ ਹੈ। ਪਲੱਸ ਇੱਕ ਕਾਨੂੰਨ ਬਣਾ ਦਿੱਤਾ ਗਿਆ ਮਨੀਸ਼ ਸਿਸੋਦੀਆ ਜੀ ਹੋਰਾਂ ਕਿ ਟੀਚਰਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਲੈਣਾ। ਜੇ ਵੋਟਾਂ ਪਾਉਣੀਆਂ ਨੇ ਅਸੀਂ ਬਾਹਰੋਂ ਯੂਥ ਹਾਇਰ ਕਰਦੇ ਹਾਂ, BLO ਬਣਾਉਣੇ ਨੇ ਤਾਂ ਹਾਇਰ ਕਰਦੇ ਹਾਂ ਬਾਹਰੋਂ। ਟੀਚਰ ਦਾ ਕੰਮ ਇਹ ਨਹੀਂ ਹੈਗਾ ਕਿ ਉਹ ਸਕੂਲ ਛੱਡ ਕੇ ਕਿਤੇ ਹੋਰ ਡਿਊਟੀਆਂ ਤੇ ਕਰਦਾ ਫਿਰੇ। ਸਾਡੇ ਇੱਥੇ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰਨਗੇ। ਸੋ ਇਹ ਨਹੀਂ ਹੋਊਗਾ, ਮਾਨ ਸਨਮਾਨ ਇਸ ਪੱਧਰ ਦਾ ਹੋਊਗਾ। ਦਿੱਲੀ ਦੇ ਸਕੂਲਾਂ ਦੇ ਵਿੱਚ ਇਨਫਰਾਸਟ੍ਰਕਚਰ ਤਾਂ ਚਲੋ ਹੈਗਾ ਹੀ ਹੈਗਾ ਸਾਰਾ ਵਧੀਆ ਕੀਤਾ। ਦਿੱਲੀ ਦੇ ਸਕੂਲਾਂ ਦੇ ਸਰਕਾਰੀ ਟੀਚਰਾਂ ਦਾ ਵਫਦ 20-25 ਦਾ ਗਵਰਨਮੈਂਟ ਆਪਣੇ ਖਰਚੇ ਤੇ ਹੇਵਰਡ ਯੂਨੀਵਰਸਿਟੀ ਵਾਸ਼ਿੰਗਟਨ DC, ਆਕਸਫੋਰਡ ਯੂਨੀਵਰਸਿਟੀ ਲੰਡਨ, ਨਿਊਜ਼ੀਲੈਂਡ ਤੇ ਸਿੰਗਾਪੁਰ ਉੱਥੇ ਲਿਜਾ ਕੇ ਉਹਨਾਂ ਦੇ ਵੀ ਲੇਟੈਸਟ ਪੜ੍ਹਾਈ ਦੇ ਤਰੀਕਿਆਂ ਦੀ ਟ੍ਰੇਨਿੰਗ ਕਰਾਉਂਦੇ। ਉਹ ਆ ਕੇ ਇੱਥੇ ਆਪਣੇ ਕੋਲੀਗਸ ਨੂੰ ਦੱਸਦੇ ਨੇ ਵੀ ਆ ਹੈ। ਇਸੇ ਕਰਕੇ 99.7% ਰਿਜ਼ਲਟ ਜਿਹੜਾ ਉਹ ਸਰਕਾਰੀ ਸਕੂਲਾਂ ਦਾ ਆ ਗਿਆ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ਦੇ ਤੋਂ ਵੱਧ ਆ ਜਾਣਗੇ। ਦਿੱਲੀ ਦੇ ਪ੍ਰਾਈਵੇਟ ਸਕੂਲ ਤਾਂ ਬਹੁਤ ਵੱਡੇ ਕਿਉਂਕਿ ਟੀਚਰਾਂ 'ਚ ਕੌਨਫੀਡੈਂਸ ਆ ਕਿ ਸਾਨੂੰ ਯਾਰ ਹਾਂ ਯਾਰ ਅਸੀਂ ਹੈਗੇ ਹਿੱਸਾ, ਅਸੀਂ ਲਿਆਉਣਾ ਹੈ ਰਿਜ਼ਲਟ। ਇੱਥੇ ਤੁਹਾਨੂੰ ਮੈਨੂੰ ਪਤਾ ਹੈ ਜੋ ਨੈਸ਼ਨਲ ਸਰਵੇ ਹੋਇਆ ਸਿੱਧਾ ਹੀ ਕਹਿਤਾ ਵੀ ਕੋਈ ਬੱਚਾ ਗੈਰ ਹਾਜ਼ਰ ਨਹੀਂ ਹੋਣਾ ਚਾਹੀਦਾ। 100% ਇੰਨੇ ਨੰਬਰ 1 ਆ ਗਏ ਜੀ, ਨੰਬਰ 1 ਆ ਗਏ। ਇਹ ਕੋਈ ਨੰਬਰ 1 ਹੈ ਯਾਰ, ਸਾਨੂੰ ਸਾਰਾ ਪਤਾ ਹੈ। ਇੱਕ ਰੈਗੂਲਰ ਟੀਚਰ ਹੈ, ਉਹਨੂੰ 80000 ਰੁਪਇਆ ਸੈਲਰੀ ਮਿਲ ਰਹੀ ਹੈ। ਕੰਮ ਡਿਊਟੀ ਉਹ ਵੀ ਉਨੀਓ ਕਰਦੇ, ਕੰਮ ਅਸੀਂ ਵੀ ਉਨੀ ਕਰਦੇ ਆ। ਸਾਤੋਂ ਕੰਮ ਵੱਧ ਲਿਆ ਜਾਂਦਾ ਹੈ ਕਿਉਂਕਿ ਅਸੀਂ ਰੈਗੂਲਰ ਨਹੀਂ। ਸਾਨੂੰ ਕੋਈ ਨਹੀਂ, ਮੈਂ ਪਤਾ ਕੀ ਹੈ, ਮੈਂ ਤਾਂ ਇਹ ਗੱਲ ਕਹਿੰਦਾ ਵੀ ਹੁੰਨਾ, ਮੈਂ ਹਮੇਸ਼ਾ ਆਪਣੀ PC 'ਚ ਵੀ ਕਹੀ ਹੈ ਕਿ ਸਕੂਲ ਹੈਗੇ ਨੇ ਖਾਲੀ ਟੀਚਰਾਂ ਵੱਲੋਂ। ਸਕੂਲ ਦੇ ਸਾਹਮਣੇ ਜਿਹੜੀ ਟੈਂਕੀ ਹੈ ਪਾਣੀ ਵਾਲੀ, ਉਹ ਤਾਂ ਭਰੀ ਪਈ ਹੈ ਟੀਚਰਾਂ। ਤੁਸੀਂ ਯਾਰ ਉਹਨੂੰ ਥੱਲੇ ਲਾ ਕੇ ਉਹਨੂੰ ਕਲਾਸਰੂਮ 'ਚ ਕਿਉਂ ਨਹੀਂ ਭੇਜਦੇ? ਕहीं ਖਜ਼ਾਨਾ ਖਾਲੀ ਹੈ। ਖਜ਼ਾਨਾ ਖਾਲੀ ਕੀਤਾ ਕਿਹਨੇ ਫਿਰ? ਨਾ ਤਾਂ ਪਿਛਲੇ 20 ਸਾਲ ਤੋਂ ਕੋਈ ਸਕੂਲ ਬਣਾਇਆ ਨਹੀਂ, ਨਾ ਹਸਪਤਾਲ ਬਣਾਇਆ, ਨਾ ਕੋਈ ਨੌਕਰੀ ਦਿੱਤੀ ਹੈ ਤੁਹਾਨੂੰ, ਠੀਕ ਹੈ ਨਾ, ਤੇ ਨਾ ਕੋਈ ਮਤਲਬ ਸੜਕ ਬਣਾਈ ਹੈ ਜਿਹੜੀ ਟੋਲ ਪਲਾਜ਼ੇ ਤੋਂ ਬਿਨਾਂ ਹੋਵੇ। ਖਜ਼ਾਨਾ ਕਿੱਧਰ ਗਿਆ ਫਿਰ? ਬਲਕਿ ਇਸ ਤਾਂ ਠੇਕਾ ਪ੍ਰਣਾਲੀ ਖਤਮ ਹੀ ਕਰਨਾ ਚਾਹੁੰਦੇ ਆ। ਆ ਜਿਹੜੀ ਆਊਟਸੋਰਸਿੰਗ ਵਗੈਰਾ ਵੀ ਅਸੀਂ ਚਲੋ ਕੋਈ ਨਹੀਂ, ਆਪਾਂ ਤਾਂ ਯਾਰ ਰੋਲ ਖੁੱਲ ਕੇ ਕੱਢ ਲਈ, ਜਿਵੇਂ ਕੱਢ ਲਈ। ਜਵਾਕ ਪੜ੍ਹਾ ਲਈਏ, ਜਵਾਕ ਪੜ੍ਹਾ ਲਈ ਦਾ ਮਤਲਬ ਸਰਕਾਰੀ ਸਕੂਲ ਨਹੀਂ ਹੈਗਾ। ਜਵਾਕ ਪੜ੍ਹਾ ਲਈ ਦਾ ਮਤਲਬ ਕਿਤੇ ਬਾਹਰ। ਐਲੀਜੀਬਿਲਟੀ ਪੱਖੋਂ ਤੁਸੀਂ ਬਹੁਤ ਕਮਾ ਲਓ, ਤੁਹਾਡੇ 'ਚ ਕੋਈ ਕਮੀ ਨਹੀਂ ਹੈਗੀ ਵੀ ਮਤਲਬ ਤੁਸੀਂ ਪੜ੍ਹਾ ਨਹੀਂ ਸਕਦੇ, ਪਰ ਮੌਕਾ ਤਾਂ ਮਿਲੇ ਨਾ। ਸਕੂਲ 'ਚ ਮਤਲਬ ਕਹਿੰਦਾ ਬਜ਼ੁਰਗ ਕਹਿੰਦਾ ਬਸ ਐਂ ਕਹਿ ਰੱਖਿਆ ਸਾਨੂੰ ਤਾਂ ਜਵਾਕਾਂ ਨੂੰ ਵੀ ਕਾਪੀ ਕਿਤਾਬ ਭਾਵੇਂ ਭੁੱਲੇ ਭਾਈ, ਕੌਲੀ ਤੇ ਚਮਚਾ ਨਾ ਭੁੱਲ ਕੇ ਆਏਗਾ। ਮਤਲਬ ਦਲੀਆ ਖਵਾਉਣ ਵਾਲੀਆਂ ਬਿਲਡਿੰਗਾਂ ਬਣਾ ਕੇ ਰੱਖਦੇ ਹੈ ਜੀ। ਦੱਸੋ ਕੀ ਕਰੋਗੇ? तो सर असं 85 ਦੇ ਉੱਪਰ ਲਾ ਕੇ ਆਏਗੇ। ਸਾਡੇ ਤੋਂ ਸਾਨੂੰ ਦੇਣਾ ਤਾਂ ਕਿਸੇ ਦਾ ਮਤਲਬ 2000 ਰੁਪਇਆ ਲਿਆ ਗਿਆ ਫੀਸਾਂ ਦੇ ਦਾ ਕਿ ਮੈਨੂੰ ਪਤਾ ਨਹੀਂ। 2000 ਦੀ ਦੁੱਖ ਲੱਗੀ ਸਾਡੀ ਸਰ। ਦੇਖੋ ਸਰ, ਗੱਲ ਇਹ ਹੈ, ਪਹਿਲਾਂ ਤਾਂ ਸਾਨੂੰ ਅਕਾਲੀ ਗਵਰਨਮੈਂਟ ਨੇ ETT ਕਰਵਾਈ ਵੀ ਤੁਸੀਂ ETT ਕਰੋ ਕਿਉਂਕਿ ਆਲਰੇਡੀ BEd ਤੇ ਕੁਛ ਕਹਿੰਦੇ ETT ਕਰੋ, ਸਾਰਿਆਂ ਨੂੰ ETT ਕਰਵਾਤੀ ਜੀ ਵੀ ETT ਟੀਚਰ। ਹੁਣ ਕਾਂਗਰਸ ਗਵਰਨਮੈਂਟ ਨੇ ਸਾਨੂੰ NTT ਕਰਵਾਤੀ, ਸਾਨੂੰ NTT ਟੀਚਰ ਭਰਤੀ ਕਰਾਂਗੇ ਰੈਗੂਲਰ। ਕਰਿਆ ਕੁਛ ਨਹੀਂ ਜੀ, ਡਿਗਰੀਆਂ ਤੇ ਡਿਗਰੀਆਂ ਦਵਾਈ ਜਾਂਦੇ ਨੇ ਵੀ ਆਹ ਵੀ ਕਰ ਲਓ, ਆਹ ਵੀ। ਨਾਲੇ ਕਰਵਾਉਂਦੀ ਗਵਰਨਮੈਂਟ ਹੈ, ਪੱਕੇ